धन जैते सिखा तू रखी सिक्खी, खंड्योन तिखी वालों निक्की। तुम रंगरेटे गुरु के बेटे, रहे पंथ के संग अमेटे। पंजाब दी धरती महान गुरुआं, सूरबीरां ਅਤੇ ਯੋਧਿਆਂ ਦੀ ਧਰਤੀ ਹੈ। ਇੱਥੋਂ ਦੇ ਲੋਕਾਂ ਨੂੰ ਮੱਧਕਾਲ ਤੋਂ ਹੀ ਦੇਸੀ ਵਿਦੇਸ਼ੀ ਹਾਕਮਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਥੋਂ ਦੇ ਲੋਕਾਂ ਨੇ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਦੇ ਹੋਏ ਜ਼ੁਲਮਾਂ ਦਾ ਬੜੀ ਦਲੇਰੀ ਨਾਲ ਟਾਕਰਾ ਕੀਤਾ ਹੈ। ਸਿੱਖ ਇਤਿਹਾਸ ਅਨੇਕਾਂ ਸੂਰਬੀਰਾਂ, ਮਹਾਪੁਰਸ਼ਾਂ, ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਅਜਿਹੇ ਸ਼ਹੀਦਾਂ ਵਿੱਚੋਂ ਸ਼ਹੀਦ ਬਾਬਾ ਜੀਵਨ ਸਿੰਘ ਵੀ ਇੱਕ ਹਨ। ਕਈ ਇਤਿਹਾਸਕਾਰ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਲੁਕਾਉਂਦੇ ਆਏ ਹਨ, ਪਰ ਯਾਦ ਰੱਖਣ ਯੋਗ ਗੱਲ ਹੈ ਕਿ ਸਾਡਾ ਖਾਲਸਾ ਪੰਥ ਕਿਸੇ ਜਾਤ ਦਾ ਮੁਹਤਾਜ ਨਹੀਂ ਹੈ। ਧੰਨ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਤ ਪਾਤ ਨੂੰ ਖਤਮ ਕਰਕੇ ਸਾਨੂੰ ਇੱਕ ਖਾਲਸਾ ਵਿੱਚ ਸਾਜਿਆ ਹੈ। ਆਓ ਇਸ ਅਣਗੌਲੇ ਯੋਧੇ ਦੇ ਜੀਵਨ ਬਾਰੇ ਜਾਣੀਏ। ਬਾਬਾ ਜੀਵਨ ਸਿੰਘ ਦੇ ਵੰਸ਼ਜ ਗੱਗੋ ਮਾਹਲ ਦੇ ਰਹਿਣ ਵਾਲੇ ਸਨ। ਗੱਗੋ ਮਾਹਲ ਵਿਖੇ ਹੀ ਭਾਈ ਸਦਾਨੰਦ ਦੇ ਘਰ 5 ਸਤੰਬਰ 1649 ਈਸਵੀ ਨੂੰ ਬੀਬੀ ਪ੍ਰੇਮੋ ਜੀ ਦੀ ਕੁੱਖੋਂ ਭਾਈ ਜੈਤਾ ਜੀ ਦਾ ਜਨਮ ਹੋਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਦੋਂ ਪਾਤਸ਼ਾਹ ਤੋਂ ਅੰਮ੍ਰਿਤ ਪਾਨ ਕਰਕੇ ਭਾਈ ਜੈਤਾ ਜੀ ਤੋਂ ਬਾਬਾ ਜੀਵਨ ਸਿੰਘ ਜੀ ਬਣ ਗਏ। ਬਾਬਾ ਜੀਵਨ ਸਿੰਘ ਜੀ ਨੇ ਗੁਰੂ ਜੀ ਦੇ ਨਾਲ ਮਿਲ ਕੇ ਕਈ ਯੁੱਧਾਂ ਵਿੱਚ ਆਪਣੇ ਬਹਾਦਰੀ ਦੇ ਪਰਾਕਰਮ ਦਿਖਾਏ। ਭੰਗਾਣੀ ਦੀ ਲੜਾਈ, ਨਾਦੌਨ ਦੀ ਲੜਾਈ, ਆਨੰਦਪੁਰ ਸਾਹਿਬ ਦੀ ਲੜਾਈ, ਬਜਰੂਰ ਦੀ ਲੜਾਈ, ਨਿਰਮੋਗੜ ਦੀ ਲੜਾਈ, ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ, ਆਨੰਦਪੁਰ ਸਾਹਿਬ ਦੀ ਦੂਜੀ ਲੜਾਈ, ਆਨੰਦਪੁਰ ਸਾਹਿਬ ਦੀ ਤੀਜੀ ਲੜਾਈ, ਆਨੰਦਪੁਰ ਸਾਹਿਬ ਦੀ ਚੌਥੀ ਲੜਾਈ, ਬੰਸਲੀ ਕਲਮੋਟ ਦੀ ਲੜਾਈ, ਆਖਰੀ ਹਮਲਾ ਚਮਕੌਰ ਸਾਹਿਬ ਦੇ ਪਾਸ ਦੀ ਲੜਾਈ, ਬੱਸੀ ਕਲਾਂ ਵਿੱਚ ਇੱਕ ਬ੍ਰਾਹਮਣ ਔਰਤ ਨੂੰ ਮੁਕਤ ਕਰਵਾਉਣਾ, ਸਿਰਸਾ ਦੀ ਲੜਾਈ, ਚਮਕੌਰ ਦੀ ਲੜਾਈ। ਸਿਰਸਾ ਦੀ ਲੜਾਈ ਲੜਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੁਸ਼ਮਣਾਂ ਦੀ ਘੇਰਾਬੰਦੀ ਵਿੱਚ ਫਸ ਗਏ ਸਨ। ਬਾਬਾ ਜੀਵਨ ਸਿੰਘ ਜੀ ਨੇ ਘੋੜੇ ਦੀ ਸਵਾਰੀ ਕੀਤੀ, ਦੋਨਾਂ ਹੱਥਾਂ ਵਿੱਚ ਤਲਵਾਰਾਂ ਫੜੀਆਂ, ਆਪਣੇ ਘੋੜੇ ਦੀ ਲਗਾਮ ਆਪਣੇ ਮੂੰਹ ਵਿੱਚ ਰੱਖੀ। ਬਹੁਤ ਸਾਰੇ ਦੁਸ਼ਮਣਾਂ ਦੇ ਆਹੋ ਲਾਹੁੰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਦੁਸ਼ਮਣਾਂ ਦੇ ਘੇਰੇ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਵਿੱਚ ਸਫਲ ਹੋ ਗਏ। ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਲੜਾਕੂ ਹੋਵੇ ਜੋ ਆਪਣੇ ਘੋੜੇ ਦੀ ਸਵਾਰੀ ਕਰਦਾ ਹੋਵੇ, ਮੂੰਹ ਵਿੱਚ ਲਗਾਮ ਫੜੀ ਹੋਵੇ ਅਤੇ ਇੱਕੋ ਸਮੇਂ ਆਪਣੇ ਸੱਜੇ ਅਤੇ ਖੱਬੇ ਹੱਥ ਨਾਲ 2 ਤਲਵਾਰਾਂ ਚਲਾਉਂਦਾ ਹੋਵੇ। ਸ਼ਾਇਦ ਹੀ ਕੋਈ ਯੋਧਾ ਹੋਵੇ ਜੋ ਇੱਕੋ ਸਮੇਂ 2 ਰਾਈਫਲਾਂ ਨਾਲ ਨਿਸ਼ਚਿਤ ਗੋਲਾ ਚਲਾ ਸਕਦਾ ਹੋਵੇ। ਇਸੇ ਕਰਕੇ ਯੁੱਧ ਦੌਰਾਨ ਬਾਬਾ ਜੀਵਨ ਸਿੰਘ ਜੀ ਆਪਣੀਆਂ 2 ਤੋਪਾਂ ਨਾਗਨੀ ਅਤੇ ਬਾਗਨੀ ਹਮੇਸ਼ਾ ਆਪਣੇ ਕੋਲ ਰੱਖਦੇ ਸਨ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਯੁੱਧ ਦੌਰਾਨ ਆਪਣੇ ਸਿਪਾਹੀਆਂ ਵਿੱਚ ਬਹਾਦਰੀ ਦਾ ਜੋਸ਼ ਭਰਨ ਲਈ ਯੁੱਧ ਢੋਲ, ਜਿਸ ਨੂੰ ਰਣਜੀਤ ਨਗਾਰਾ ਕਿਹਾ ਜਾਂਦਾ ਹੈ, ਦੀ ਸ਼ੁਰੂਆਤ ਕੀਤੀ, ਜਿਸ ਦੀ ਗਰਜ ਬਹੁਤ ਦੂਰ ਤੱਕ ਸੁਣੀ ਜਾ ਸਕਦੀ ਸੀ। ਬਾਬਾ ਜੀਵਨ ਸਿੰਘ ਜੀ ਦੀ ਦੇਖ-ਰੇਖ ਹੇਠ ਇਹ ਢੋਲ ਵਜਾਇਆ ਜਾਂਦਾ ਸੀ ਕਿਉਂਕਿ ਉਹ ਰਣਜੀਤ ਨਗਾਰੇ ਦੇ ਮੁੱਖ ਢੋਲਕ ਸਨ ਅਤੇ ਲੜਾਈ ਹਮੇਸ਼ਾ ਢੋਲ ਦੀ ਥਾਪ ਨਾਲ ਸ਼ੁਰੂ ਹੁੰਦੀ ਸੀ। ਬਾਬਾ ਜੀਵਨ ਸਿੰਘ ਜੀ ਗੁਰੀਲਾ ਯੁੱਧ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ। ਇਸ ਤੋਂ ਇਲਾਵਾ ਗੁਰੂ ਜੀ ਨੇ ਉਹਨਾਂ ਨੂੰ ਖੁਫੀਆ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਸੀ। ਇਤਿਹਾਸਕ ਖੋਜਾਂ ਅਨੁਸਾਰ ਬਾਬਾ ਜੀਵਨ ਸਿੰਘ ਜੀ ਫੌਜੀ ਸਿਖਲਾਈ ਵਿੱਚ ਗੁਰੂ ਜੀ ਦੇ 2 ਵੱਡੇ ਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਉਸਤਾਦ ਵੀ ਸਨ। ਉਹ ਨਾ ਸਿਰਫ ਇੱਕ ਮਹਾਨ ਲੜਾਕੂ ਸੀ, ਸਗੋਂ ਇੱਕ ਸ਼ਾਨਦਾਰ ਕਵੀ ਵੀ ਸੀ। ਉਹਨਾਂ ਦੀ ਰਚਨਾ ਸ੍ਰੀ ਗੁਰਕਥਾ ਸਿੱਖ ਧਰਮ ਲਈ ਬਹੁਤ ਵੱਡਾ ਯੋਗਦਾਨ ਹੈ, ਜਿਸ ਵਿੱਚ ਕੁੱਲ 124 ਬੰਦ ਹਨ। ਸਵਈਏ 69, ਦੋਹਰਾ 24, ਸਿਰਖੰਡੀ 3, ਕੁੰਡਲੀਆ 1, ਕਬਿਤ 13, ਸ਼ਬਦ 6, ਚੌਪਈ 3, ਸੋਰਠ 2 ਅਤੇ ਅੜਿਲ 2 ਸ਼ਾਮਲ ਹਨ। ਇਸ ਪੁਸਤਕ ਵਿੱਚ ਸ਼ਰਧਾ ਅਤੇ ਭਾਵਪੂਰਤ ਢੰਗ ਨਾਲ ਗਾਈ ਗਈ ਗੁਰੂ ਜੀ ਦੀ ਮਹਿਮਾ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭੱਟ ਕਵੀਆਂ ਦੇ ਦਰਜੇ ਦਾ ਕਵੀ ਬਣਾਉਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੀ ਤਸਵੀਰ ਬੇਮਿਸਾਲ ਅਤੇ ਅਦੁੱਤੀ ਹੈ। ਉਹਨਾਂ ਨੇ ਇਸ ਪੁਸਤਕ ਵਿੱਚ ਅੰਮ੍ਰਿਤ ਛਕਣ, ਅੰਮ੍ਰਿਤ ਤਿਆਰ ਕਰਨ ਦੀ ਵਿਧੀ, ਸਿੱਖ ਧਰਮ ਵਿੱਚ 5 ਚਿੰਨ੍ਹਾਂ ਦੀ ਮਹੱਤਤਾ, ਸਿੱਖ ਆਚਰਣ,
ਅਤੇ ਮਰਿਆਦਾ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਸਦਾਨੰਦ ਜੀ ਦੀਆਂ ਸ਼ਹਾਦਤਾਂ ਦੇ ਸੰਬੰਧ ਵਿੱਚ ਸਾਰੀਆਂ ਘਟਨਾਵਾਂ ਦਾ ਵੀ ਵਰਣਨ ਕੀਤਾ ਹੈ। ਭਾਈ ਜੀਵਨ ਸਿੰਘ ਜੀ ਵਿਸਥਾਰ ਵਿੱਚ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕਵਿਤ, ਸਵਈਆ, ਦੋਹਰਾ, ਸਰਖੰਡੀ, ਕੁੰਡਲੀਆ, ਰਾਲਾ, ਸ਼ਬਦ, ਚੌਪਈ, ਸੋਰਠਾ ਆਦਿ ਦੀ ਵਰਤੋਂ ਕੀਤੀ ਹੈ। ਅਰਥਾਂ ਨੂੰ ਵਰਤੋਂ ਪ੍ਰਗਟ ਕਰਨ ਲਈ ਬਾਬਾ ਜੀ ਨੇ ਵੱਖ-ਵੱਖ ਸਾਹਿਤ ਤਕਨੀਕਾਂ ਦੀ ਵਰਤੋਂ ਕੀਤੀ ਹੈ, ਜਿਵੇਂ ਕਿ ਅਨੁਪ੍ਰਾਸ, ਉਪਮਾ, ਰੂਪਕ, ਨੀਤੀ ਵਚਨ, ਉਦਾਹਰਨ, ਵਿਪਸਾ ਅਲੰਕਾਰ, ਉਤਪਰੋਖਿਆ ਅਲੰਕਾਰ ਅਤੇ ਉਲੇਖ ਅਲੰਕਾਰ ਹਨ। ਬਾਬਾ ਜੀ ਦੀ ਲੇਖਣੀ ਵਿੱਚ ਭਗਤੀ ਤੇ ਆਧਾਰਿਤ ਵਿਚਾਰਾਂ ਦਾ ਬੋਲਬਾਲਾ ਹੈ, ਜਿਸ ਕਾਰਨ ਸੰਤਵਨਾ ਦਾ ਸਰਵ ਉੱਚ ਹੈ, ਪਰ ਉਹਨਾਂ ਕਰੁਣਾ, ਵੀਰ ਰਸ ਅਤੇ ਵਿਭ ਰਸ ਦਾ ਵੀ ਪ੍ਰਯੋਗ ਕੀਤਾ ਹੈ। ਸ਼ੈਲੀ ਲੇਖਕ ਦੀ ਵਿਅਕਤੀਤਵ ਦੀ ਪ੍ਰਤੀਬਿੰਬ ਹੈ। ਉਹਨਾਂ ਦੇ ਦਿਲ ਵਿੱਚ ਗੁਰੂ ਪ੍ਰੇਮ, ਹਿੰਮਤ, ਭਗਤੀ, ਵਿਸ਼ਵਾਸ, ਸਹਿਸ਼ੀਲਤਾ, ਵਿਨਮਰਤਾ, ਉਤਸ਼ਾਹ ਆਦਿ ਨੇ ਉਹਨਾਂ ਦੀ ਸ਼ੈਲੀ ਨੂੰ ਖਾਸ ਬਣਾ ਦਿੱਤਾ ਹੈ। ਗੁਰੂ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਕਾ ਬੇਟਾ ਦੀ ਉਪਾਧੀ ਦੇ ਕੇ ਚਮਕੌਰ ਦੀ ਗੜ੍ਹੀ ਵਿੱਚੋਂ ਜ਼ੋਰ ਨਾਲ ਤਾੜੀ ਮਾਰਦੇ ਹੋਏ ਤੇ ਇਹ ਕਹਿ ਕੇ ਚਲੇ ਗਏ ਕਿ ਹਿੰਦ ਦਾ ਪੀਰ ਚੱਲਿਆ ਹੈ, ਜੇ ਹੈ ਕਿਸੇ ਵਿੱਚ ਦਮ ਤਾਂ ਰੋਕ ਲੈਣ। ਮੁਗਲ ਫੌਜ ਨੇ 23 ਦਸੰਬਰ 1704 ਈਸਵੀ ਦੀ ਸਵੇਰ ਨੂੰ ਚਮਕੌਰ ਦੀ ਗੜ੍ਹੀ ਤੇ ਹਮਲਾ ਕੀਤਾ। ਹਵੇਲੀ ਵਿੱਚ ਸਿਰਫ ਸਤ ਸਿੰਘ ਅਤੇ ਬਾਬਾ ਜੀਵਨ ਸਿੰਘ ਜੀ ਸਨ। ਬਾਬਾ ਜੀਵਨ ਸਿੰਘ ਜੀ ਨੂੰ ਛੱਡ ਕੇ ਸਤ ਸਿੰਘ ਸਿਪਾਹੀ ਘੋੜਿਆਂ ਤੇ ਸਵਾਰ ਹੋ ਕੇ ਲੜਨ ਲਈ ਨਿਕਲੇ। ਬਾਬਾ ਜੀਵਨ ਸਿੰਘ ਜੀ ਗੜ੍ਹੀ ਦੇ ਅੰਦਰ ਹੀ ਰਹੇ ਅਤੇ ਉਹਨਾਂ ਨੇ 2 ਤੋਪਾਂ, ਨਾਗਨੀ ਅਤੇ ਬਾਗਨੀ ਨਾਲ ਗੋਲੀ ਚਲਾਈ ਅਤੇ ਉਹਨਾਂ ਤੀਰਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਚਮਕੌਰ ਸਾਹਿਬ ਛੱਡਣ ਵੇਲੇ ਦਿੱਤੇ ਸਨ, ਉਹਨਾਂ ਤੀਰਾਂ ਨਾਲ ਦੁਸ਼ਮਣਾਂ ਦੇ ਆਹੋ ਲਾਏ। ਮੁਗਲਾਂ ਨੇ ਸਮਝਿਆ ਕਿ ਗੁਰੂ ਜੀ ਅਜੇ ਵੀ ਅੰਦਰ ਹਨ, ਕਿਉਂਕਿ ਪਾਤਸ਼ਾਹ ਦੀ ਕਲਗੀ ਬਾਬਾ ਜੀਵਨ ਸਿੰਘ ਜੀ ਦੇ ਸਿਰ ਤੇ ਚਮਕੀ ਰਹੀ ਸੀ। ਬਾਬਾ ਜੀ ਬੰਦੂਕਾਂ ਅਤੇ ਤੀਰਾਂ ਨਾਲ ਗੋਲਾਬਾਰੀ ਕਰਦੇ ਰਹੇ ਅਤੇ ਨਗਾਰੇ ਨੂੰ ਵਜਾਉਂਦੇ ਰਹੇ। ਸੰਤ ਸਿਪਾਹੀ ਬਹਾਦਰੀ ਨਾਲ ਲੜ ਰਹੇ ਸਨ। ਨਗਾਰੇ ਦੀ ਗਰਜ ਅਤੇ ਤਲਵਾਰਾਂ ਦੇ ਟਕਰਾਉਣ ਅਤੇ ਘੋੜਿਆਂ ਆਦਮੀਆਂ ਦੀਆਂ ਆਵਾਜ਼ਾਂ ਨੇ ਜੰਗ ਦੇ ਮੈਦਾਨ ਨੂੰ ਭਿਆਨਕ ਬਣਾ ਦਿੱਤਾ ਸੀ। ਸਤ ਸਿੰਘ ਸੈਨਿਕ ਕਈ ਲੱਖ ਮੁਗਲ ਫੌਜਾਂ ਨਾਲ ਲੜ ਰਹੇ ਸਨ। ਗੜੀ ਦੇ ਅੰਦਰ ਗੋਲੀਆਂ ਅਤੇ ਤੀਰ ਖਤਮ ਹੋ ਗਏ ਸਨ। ਬਾਬਾ ਜੀਵਨ ਸਿੰਘ ਜੀ ਗੜੀ ਦੇ ਉੱਪਰ ਤੋਂ ਹੇਠਾਂ ਆ ਗਏ। ਬਾਬਾ ਜੀ ਨੇ ਦੋਹਾਂ ਹੱਥਾਂ ਵਿੱਚ ਤਲਵਾਰਾਂ ਫੜੀਆਂ ਹੋਈਆਂ ਸਨ। ਬਾਬਾ ਜੀ ਮੁਗਲਾਂ ਤੇ ਟੁੱਟ ਪਏ, ਜੋ ਸਮਝਦੇ ਸਨ ਕਿ ਅੰਦਰ ਕੇਵਲ ਗੁਰੂ ਗੋਬਿੰਦ ਸਿੰਘ ਜੀ ਹੀ ਇਕੱਲੇ ਹਨ ਅਤੇ ਹੁਣ ਗੁਰੂ ਜੀ ਗੜ੍ਹੀ ਤੋਂ ਬਾਹਰ ਆ ਕੇ ਲੜ ਰਹੇ ਹਨ, ਕਿਉਂਕਿ ਬਾਬਾ ਜੀਵਨ ਸਿੰਘ ਜੀ ਦੇ ਮੱਥੇ ਗੁਰੂ ਜੀ ਦੀ ਕਲਗੀ ਚਮਕ ਰਹੀ ਸੀ। ਪੋਸ਼ਾਕ ਨੇ ਦੁਸ਼ਮਣਾਂ ਦੀ ਝੂਠੀ ਸੋਚ ਨੂੰ ਸੱਚ ਕਰ ਦਿੱਤਾ। ਮੁਗਲ ਫੌਜ ਗੁਰੂ ਜੀ ਨੂੰ ਜਿੰਦਾ ਫੜਨਾ ਚਾਹੁੰਦੇ ਸਨ ਤਾਂ ਜੋ ਉਹ ਮੁਗਲ ਸ਼ਾਹੀ ਦਰਬਾਰ ਵਿੱਚ ਇਨਾਮ ਅਤੇ ਉੱਚ ਅਹੁਦੇ ਪ੍ਰਾਪਤ ਕਰ ਸਕਣ, ਪਰ ਗੁਰੂ ਦੇ ਪੁੱਤਰ ਰੰਗਰੇਟਾ ਗੁਰੂ ਕਾ ਬੇਟਾ ਨੇ ਉਹਨਾਂ ਦੀ ਇੱਛਾ ਪੂਰੀ ਨਹੀਂ ਕੀਤੀ। ਬਾਬਾ ਜੀਵਨ ਸਿੰਘ ਜੀ ਨੇ ਇਹਨਾਂ ਦਾ ਟਾਕਰਾ ਕੀਤਾ ਅਤੇ ਆਪਣੀ ਬਹਾਦਰੀ ਦਿਖਾਈ। ਉਹਨਾਂ ਨੇ 2 ਤਲਵਾਰਾਂ ਆਪਣੇ ਦੋਹਾਂ ਹੱਥਾਂ ਵਿੱਚ ਫੜੀਆਂ ਅਤੇ ਦੁਸ਼ਮਣਾਂ ਤੇ ਭੰਨੀਆਂ। ਅੰਤ ਵਿੱਚ ਦੁਸ਼ਮਣ ਬਾਬਾ ਜੀ ਨੂੰ ਜਿਉਂਦਾ ਫੜਨ ਵਿੱਚ ਅਸਮਰਥ ਰਹੇ। ਇਸ ਲਈ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਤੇ ਤੀਰ ਅਤੇ ਤੋਪਾਂ ਚਲਾਈਆਂ। ਸਰੀਰ ਵਿੱਚੋਂ ਲਹੂ ਦਾ ਫੁਆਰਾ ਵਗਿਆ। ਆਖਰਕਾਰ ਬਾਬਾ ਜੀਵਨ ਸਿੰਘ ਜੀ 23 ਦਸੰਬਰ 1704 ਨੂੰ ਚਮਕੌਰ ਸਾਹਿਬ ਵਿਖੇ ਸ਼ਹੀਦ ਹੋ ਗਏ, ਕਿਉਂਕਿ ਗੁਰੂ ਜੀ ਨੇ ਕਿਹਾ ਸੀ, 1.25 ਲੱਖ ਸੇ ਇੱਕ ਲੜਾਓ। ਗੁਰੂ ਜੀ ਦੇ ਇਹਨਾਂ ਸ਼ਬਦਾਂ ਨੂੰ ਸੱਚ ਕਰ ਦਿੱਤਾ। ਉਹ ਚਮਕੌਰ ਸਾਹਿਬ ਦਾ ਆਖਰੀ ਸ਼ਹੀਦ ਸੀ, ਜਿਸ ਨੇ ਕਈ ਲੱਖ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ ਸੀ। ਜਦੋਂ ਬਾਬਾ ਜੀ ਹੇਠਾਂ ਡਿੱਗੇ ਤਾਂ ਮੁਗਲ ਫੌਜ ਬਹੁਤ ਖੁਸ਼ ਦਿਖਾਈ ਦਿੱਤੇ। ਵਾਜਿਦ ਖਾਨ ਅਤੇ ਸਾਰੇ ਮੁਗਲ ਯੋਧੇ ਬਹੁਤ ਖੁਸ਼ ਸਨ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਹੈ। ਮੁਗਲ ਫੌਜਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਸੀਸ ਨੂੰ ਸਰੀਰ ਤੋਂ ਵੱਖ ਕਰ ਦਿੱਤਾ ਅਤੇ ਦਿੱਲੀ ਦਰਬਾਰ ਵਿੱਚ ਮੁਗਲ ਬਾਦਸ਼ਾਹ ਨੂੰ ਪੇਸ਼ ਕੀਤਾ, ਪਰ ਜਾਂਚ ਤੋਂ ਬਾਅਦ ਇਹ ਸਿੱਧ ਹੋਇਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਨਹੀਂ ਹੈ, ਮੁਖੀ ਬਾਬਾ ਜੀਵਨ ਸਿੰਘ ਜੀ ਦਾ ਹੈ। ਇਸ ਤੱਥ ਦਾ ਪਤਾ ਮੁਗਲ ਫੌਜ ਦੇ ਬਾਦਸ਼ਾਹ ਔਰੰਗਜ਼ੇਬ ਦੀ ਧੀ ਸਲਤਨਤ ਨੇ ਪਾਇਆ ਸੀ। ਸ਼ਹੀਦ ਸਿੰਘਾਂ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਜ਼ਿੰਮੇਵਾਰੀ
ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਹਰਸ਼ਰਨ ਕੌਰ ਜੀ ਨੂੰ ਦਿੱਤੀ ਸੀ। ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਉਹ ਸਾਰੇ ਸਿੰਘਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਅਤੇ ਉਹਨਾਂ ਦੇ ਵੱਡੇ ਪੁੱਤਰ ਦੀ ਦੇਹ ਨੂੰ ਬਾਕੀਆਂ ਤੋਂ ਵੱਖਰਾ ਅੰਤਿਮ ਸੰਸਕਾਰ ਕਰਨ। ਬੀਬੀ ਹਰਸ਼ਰਨ ਕੌਰ ਜੀ ਨੇ ਪੁੱਛਿਆ, ਮੈਂ ਤੁਹਾਡੇ ਵੱਡੇ ਪੁੱਤਰ ਨੂੰ ਕਿਵੇਂ ਪਛਾਣਾ? ਗੁਰੂ ਜੀ ਨੇ ਜਵਾਬ ਦਿੱਤਾ, ਉਸ ਦੇ ਸਰੀਰ ਦਾ ਕੋਈ ਸਿਰ ਨਹੀਂ ਹੈ ਅਤੇ ਉਸਨੇ ਮੇਰੀ ਪੋਸ਼ਾਕ ਪਹਿਨੀ ਹੋਈ ਹੈ। ਜਿਸ ਸਥਾਨ ਤੇ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋਏ ਸਨ, ਉਸ ਸਥਾਨ ਤੇ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਸ ਸਥਾਨ ਤੇ ਬੀਬੀ ਹਰਸ਼ਰਨ ਕੌਰ ਜੀ ਨੇ ਬਾਬਾ ਜੀਵਨ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਇੱਥੇ ਇੱਕ ਇਤਿਹਾਸਕ ਖੂਹ ਹੈ ਜਿੱਥੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਨੇ ਇਸ ਖੂਹ ਵਿੱਚੋਂ ਪਾਣੀ ਪੀਤਾ ਸੀ। ਚਮਕੌਰ ਸਾਹਿਬ ਦੀ ਲੜਾਈ ਵਿੱਚ ਬਾਬਾ ਜੀਵਨ ਸਿੰਘ ਜੀ ਕੇ ਸੂਰ ਭਾਈ ਖਜਾਨ ਸਿੰਘ ਜੀ, ਛੋਟੇ ਭਰਾ ਸੰਗਤ ਸਿੰਘ ਜੀ ਅਤੇ ਦੋ ਬੇਟੇ ਭਾਈ ਸੁਖਾ ਸਿੰਘ ਜੀ ਅਤੇ ਭਾਈ ਸਿੰਘ ਜੀ ਵੀ ਸ਼ਹੀਦ ਹੋਏ।